ਓਮ ਸ਼ਾਂਤੀ। ਅੱਜ 26/6/2023 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ, ਤੁਸੀਂ ਈਸ਼ਵਰ ਦੀ ਗੋਦ ਲਿੱਤੀ ਹੈ। ਮਨੁੱਖ ਤੋਂ ਦੇਵਤਾ ਬਣਨ ਦੇ ਲਈ ਉਹਨਾਂ ਦੀ ਸ਼੍ਰੀਮਤ ਤੁਹਾਨੂੰ ਮਨੁੱਖ ਤੋਂ ਦੇਵਤਾ ਬਣਾ ਦਿੰਦੀ ਹੈ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਆਪ ਮੂਏ ਮਰ ਗਈ ਦੁਨੀਆ, ਇਸ ਦਾ ਅਰਥ ਕੀ ਹੈ? ਅੱਜ ਬਾਬਾ ਦਾ ਉੱਤਰ ਹੈ, ਤੁਸੀਂ ਬੱਚੇ ਜਦੋਂ ਬਾਪ ਦੇ ਕੋਲ ਜਿਉਂਦੇ ਜੀ ਮਰਦੇ ਹੋ ਤਾਂ ਸਾਰੀ ਦੁਨੀਆ ਹੀ ਖਤਮ ਹੋ ਜਾਂਦੀ ਹੈ। ਦੂਸਰੇ ਮਨੁੱਖ ਤਾਂ ਜਿਸ ਦੁਨੀਆ ਵਿੱਚ ਮਰਦੇ ਹੈ ਉਸ ਦੀ ਦੁਨੀਆ ਵਿੱਚ ਜਨਮ ਲੈਂਦੇ ਹੈ, ਪਰ ਤੁਹਾਡਾ ਜਨਮ ਫਿਰ ਇਸ ਦੁਨੀਆ ਵਿੱਚ ਨਹੀਂ ਹੁੰਦਾ। ਨਵਾਂ ਜਨਮ ਨਈ ਦੁਨੀਆ ਵਿੱਚ ਹੁੰਦਾ ਹੈ। ਤੁਸੀਂ ਬੱਚਿਆਂ ਨੂੰ ਸਵਰਗ ਦੀ ਬਾਦਸ਼ਾਹੀ ਮਿਲ ਜਾਂਦੀ ਹੈ। ਗੀਤ ਹੈ ਅੱਜ ਦਾ, ਮਰਨਾ ਤੇਰੀ ਗਲੀ ਵਿੱਚ, ਜੀਣਾ ਤੇਰੀ ਗਲੀ ਵਿੱਚ। ਓਮ ਸ਼ਾਂਤੀ। ਇਹ ਵੀ ਗਾਇਨ ਇਸ ਸਮੇਂ ਦਾ ਹੈ ਜੋ ਫਿਰ ਭਗਤੀ ਮਾਰਗ ਵਿੱਚ ਗਾਇਆ ਜਾਂਦਾ ਹੈ। ਇਸ ਸਮੇਂ ਜਦੋਂ ਕਿ ਤੁਸੀਂ ਆਪਣੇ ਬਾਪ ਦੇ ਕੋਲ ਜਿਉਂਦੇ ਜੀ ਮਰਦੇ ਹੋ ਤਾਂ ਬਰੋਬਰ ਸਾਰੀ ਦੁਨੀਆ ਹੀ ਖਤਮ ਹੋ ਜਾਂਦੀ ਹੈ। ਅਗਿਆਨ ਕਾਲ ਵਿੱਚ ਮਨੁੱਖ ਮਰਦੇ ਹੈ ਤਾਂ ਫਿਰ ਉਸ ਦੀ ਦੁਨੀਆ ਵਿੱਚ ਜਨਮ ਲੈਂਦੇ ਹੈ। ਦੁਨੀਆ ਕਾਇਮ ਹੈ। ਜਿਸ ਦੁਨੀਆ ਵਿੱਚ ਮਰਦੇ ਉਸ ਹੀ ਦੁਨੀਆ ਵਿੱਚ ਜਨਮ ਲੈਂਦੇ ਹੈ। ਤੁਸੀਂ ਬੱਚੇ ਜਦੋਂ ਬਾਪ ਦੇ ਬੰਦੇ ਹੋ ਤਾਂ ਇਹ ਦੁਨੀਆ ਹੀ ਖਤਮ ਹੋ ਜਾਂਦੀ ਹੈ। ਕਹਾਵਤ ਹੈ, ਆਪ ਮੂਏ ਮਰ ਗਈ ਦੁਨੀਆ, ਪਰ ਦੁਨੀਆ ਵਿਨਾਸ਼ ਤੇ ਨਹੀਂ ਹੋ ਜਾਂਦੀ। ਇਸ ਹੀ ਦੁਨੀਆ ਵਿੱਚ ਫਿਰ ਜਨਮ ਲੈਣਾ ਪੈਂਦਾ ਹੈ। ਹੁਣ ਤੁਸੀਂ ਜਦੋਂ ਕਿ ਜਿਉਂਦੇ ਜੀ ਮਰਦੇ ਹੋ ਤਾਂ ਤੁਸੀਂ ਮਰ ਜਾਂਦੇ ਹੋ ਤਾਂ ਦੁਨੀਆ ਹੀ ਖਤਮ ਹੋ ਜਾਂਦੀ ਹੈ। ਤੁਸੀਂ ਮਰੋਗੇ ਤਾਂ ਇਹ ਦੁਨੀਆ ਹੀ ਖਤਮ ਹੋ ਜਾਏਗੀ। ਤੁਸੀਂ ਜਾਣਦੇ ਹੋ ਅਸੀਂ ਫਿਰ ਨਈ ਦੁਨੀਆ ਵਿੱਚ ਆਵਾਂਗੇ। ਇਹ ਸਿਰਫ ਤੁਸੀਂ ਬ੍ਰਾਹਮਣ ਹੀ ਜਾਣਦੇ ਹੋ। ਈਸ਼ਵਰ ਦਾ ਬੱਚਾ ਹੋਣ ਕਾਰਨ ਸਾਨੂੰ ਸਤਜੁਗ ਦਾ ਬਰਥ ਰਾਈਟ ਮਿਲਦਾ ਹੈ। ਸਵਰਗ ਦੀ ਬਾਦਸ਼ਾਹੀ ਮਿਲਦੀ ਹੈ। ਨਰਕ ਖਤਮ ਹੋ ਜਾਂਦਾ ਹੈ। ਇਸ ਵਿੱਚ ਕੋਈ ਮਿਹਨਤ ਨਹੀਂ, ਸਿਰਫ ਬਾਪ ਨੂੰ ਯਾਦ ਕਰਨਾ ਹੈ। ਮਨੁੱਖ ਜਦੋਂ ਕੋਈ ਮਰਨ ਤੇ ਹੁੰਦਾ ਹੈ ਤਾਂ ਉਹਨਾਂ ਨੂੰ ਕਹਿੰਦੇ ਹੈ ਰਾਮ ਰਾਮ ਕਹੋ। ਪਛਾੜੀ ਵਿੱਚ ਉਠਾਉਣ ਸਮੇਂ ਕਹਿੰਦੇ ਹੈ ਰਾਮ ਨਾਮ ਸਤਿ ਹੈ। ਇਹ ਭਗਵਾਨ ਨੂੰ ਹੀ ਕਹਿੰਦੇ ਹੈ। ਰਾਮ ਨਾਮ ਸਤਿ ਹੈ ਮਤਲਬ ਪਰਮ ਪਿਤਾ ਪਰਮਾਤਮਾ ਜੋ ਸਤ ਹੈ ਉਹਨਾਂ ਦਾ ਹੀ ਨਾਮ ਲੈਣਾ ਚਾਹੀਦਾ ਹੈ। ਉਸ ਨੂੰ ਰਾਮ ਕਹਿੰਦੇ ਹੈ। ਮਾਲਾ ਵੀ ਰਾਮ ਰਾਮ ਕਹਿ ਸਿਮਰਦੇ ਹੈ। ਰਾਮ ਰਾਮ ਦੀ ਧੁਨੀ ਅਜਿਹੀ ਲਗਾਉਂਦੇ ਹੈ ਜਿਵੇਂ ਬਾਜਾ ਵਜਾਉਂਦੇ ਹੈ। ਤੁਸੀਂ ਬੱਚਿਆਂ ਨੂੰ ਬਾਪ ਸਮਝਾਉਂਦੇ ਹੈ ਕਿ ਕੋਈ ਆਵਾਜ਼ ਨਹੀਂ ਕਰਨਾ ਹੈ, ਸਿਰਫ ਬੁੱਧੀ ਵਿੱਚ ਯਾਦ ਕਰਨਾ ਹੈ। ਤੁਸੀਂ ਜਾਣਦੇ ਹੋ ਜਿਉਂਦੇ ਜੀ ਈਸ਼ਵਰ ਦੀ ਗੋਦ ਵਿੱਚ ਆਉਣ ਨਾਲ ਇਹ ਦੁੱਖ ਰੂਪੀ ਦੁਨੀਆ ਖਤਮ ਹੋ ਜਾਂਦੀ ਹੈ। ਬਾਬਾ, ਅਸੀਂ ਤੁਹਾਡੇ ਗਲੇ ਦਾ ਹਾਰ ਬਣ ਜਾਵਾਂਗੇ ਗਾਇਆ ਵੀ ਜਾਂਦਾ ਹੈ। ਰੁਦਰਮਾਲਾ ਤੁਸੀਂ ਰੁਦਰਮਾਲਾ ਵਿੱਚ ਪਰੋਣ ਲਈ ਇਸ ਰੁਦਰ ਗਿਆਨ ਯੱਗ ਵਿੱਚ ਬੈਠੇ ਹੈ। ਕਲਪ ਪਹਿਲੇ ਮੁਆਫਿਕ ਦੂਸਰਾ ਕੋਈ ਸਤਸੰਗ ਨਹੀਂ ਜਿੱਥੇ ਇਵੇਂ ਸਮਝਾਉਂਦੇ ਹੋਣ ਕਿ ਅਸੀਂ ਈਸ਼ਵਰ ਬਾਪ ਦੇ ਗਲੇ ਵਿੱਚ ਪਰੋਏ ਜਾਵਾਂਗੇ। ਬਾਪ ਕੋਲੋਂ ਤਾਂ ਜ਼ਰੂਰ ਵਰਸਾ ਮਿਲੇਗਾ। ਬਾਪ ਕੌਣ ਕਹਿੰਦੇ ਹੈ? ਆਤਮਾ ਵਿੱਚ ਹੀ ਮਨ ਬੁੱਧੀ ਹੈ ਨਾ। ਬੁੱਧੀ ਸਮਝਦੀ ਹੈ, ਫਿਰ ਕਹਿੰਦੀ ਹੈ। ਪਹਿਲੇ ਸੰਕਲਪ ਆਉਂਦਾ ਹੈ, ਫਿਰ ਕਰਮ ਇੰਦਰੀਆਂ ਨਾਲ ਕਿਹਾ ਜਾਂਦਾ ਹੈ। ਬਰੋਬਰ ਅਸੀਂ ਬਾਬਾ ਦੇ ਬਣੇ ਹਾਂ, ਬਾਬਾ ਦੇ ਹੀ ਹੋ ਕੇ ਰਹਾਂਗੇ। ਇਹ ਗॉड ਫਾਦਰ ਕਹਿੰਦੇ ਹੈ ਨਾ। ਫਿਰ ਪੁੱਛੋ ਤੁਹਾਡੇ ਵਿੱਚ ਗॉड ਫਾਦਰ ਦੀ ਨੌਲੇਜ ਹੈ ਤਾਂ ਕਹਿਣਗੇ ਗॉड ਤਾਂ ਸਰਵਿਆਪੀ ਹੈ। ਬੋਲੋ ਤੁਹਾਡੀ ਆਤਮਾ ਕਹਿੰਦੀ ਹੈ ਪਰਮ ਪਿਤਾ ਪਰਮਾਤਮਾ ਤੇ ਪਿਤਾ ਹੈ, ਫਿਰ ਸਰਵਿਆਪੀ ਕਿਵੇਂ ਹੋਵੇਗਾ? ਬੱਚੇ ਵਿੱਚ ਬਾਪ ਆ ਗਿਆ ਕਿ ਬਾਪ ਨੂੰ ਸਰਵਿਆਪੀ ਕਹਿਣਾ ਬਿਲਕੁਲ ਰੋਂਗ ਹੈ। ਲੌਕਿਕ ਬਾਪ ਦੇ ਵੀ 5-7 ਬੱਚੇ ਹੋਣਗੇ ਕਿ ਉਹ ਕਹਿਣਗੇ ਕਿ ਬਾਬਾ ਤੁਸੀਂ ਸਰਵਿਆਪੀ ਹੈ। ਇਹ ਵੀ ਸਮਝਣ ਦੀ ਗੱਲ ਹੈ। ਮੂੰਹ ਨਾਲ ਕਹਿੰਦੇ ਹੋ ਪਰਮ ਪਿਤਾ, ਫਿਰ ਸਰਵਿਆਪੀ ਕਿਵੇਂ ਕਹਿੰਦੇ ਹੈ? ਪਿਤਾ ਫਿਰ ਮੇਰੇ ਵਿੱਚ ਹੈ, ਇਹ ਕਿਵੇਂ ਹੋ ਸਕਦਾ ਹੈ? ਬੱਚਾ ਫਿਰ ਕਹੇ ਮੇਰੇ ਵਿੱਚ ਬਾਪ ਦਾ ਪ੍ਰਵੇਸ਼ ਹੈ। ਬੱਚਾ ਥੋੜੇ ਕਹੇਗਾ ਮੈਂ ਬਾਪ ਹਾਂ। ਤੁਸੀਂ ਆਤਮਾ ਉਹਨਾਂ ਦੇ ਬੱਚੇ ਹੈ। ਫਿਰ ਕਹਿੰਦੇ ਹੋ ਪਿਤਾ ਮੇਰੇ ਵਿੱਚ ਵੀ ਹੈ। ਬਾਪ ਕਿਵੇਂ ਬੱਚੇ ਵਿੱਚ ਹੋਵੇਗਾ? ਬਹੁਤ ਚੰਗੀ ਤਰ੍ਹਾਂ ਸਮਝ ਕੇ ਫਿਰ ਸਮਝਾਉਣਾ ਹੈ।
ਰੁਦਰ ਗਿਆਨ ਯੱਗ ਤੇ ਮਸ਼ਹੂਰ ਹੈ। ਰੁਦਰ ਹੈ ਨਿਰਾਕਾਰ, ਸ਼੍ਰੀ ਕ੍ਰਿਸ਼ਨ ਤਾਂ ਸਾਕਾਰ ਹੈ। ਆਖਿਰ ਨੂੰ ਭਗਵਾਨ ਕਿਸ ਨੂੰ ਕਿਹਾ ਜਾਏ? ਮਨੁੱਖਤਾ ਬਹੁਤ ਭੁੱਲੇ ਹੋਏ ਹੈ। ਕਹਿ ਦਿੰਦੇ ਹੈ ਗॉड ਇਜ਼ ਓਮਨੀ ਪ੍ਰੈਜ਼ੈਂਟ, ਮੇਰੇ ਵਿੱਚ ਵੀ ਹੈ। ਬਾਪ ਦਾ ਘਰ ਵਿੱਚ ਰਹਿੰਦੇ ਹੈ, ਹੋਰ ਕਿੱਥੇ ਰਹਿਣਗੇ? ਹੁਣ ਬਾਪ ਇਸ ਬੇਹੱਦ ਦੇ ਘਰ ਵਿੱਚ ਆਇਆ ਹੋਇਆ ਹੈ, ਇੱਥੇ ਵਿਰਾਜਮਾਨ ਹੈ। ਕਹਿੰਦੇ ਹੈ ਮੈਂ ਪ੍ਰਵੇਸ਼ ਕੀਤਾ। ਕੁਝ ਪੁੱਛਣਾ ਹੈ ਤਾਂ ਪੁੱਛੋ। ਪਹਿਲੇ ਪਿਤਰਾਂ ਨੂੰ ਬੁਲਾਉਣ ਦਾ ਬਹੁਤ ਰਿਵਾਜ ਸੀ। ਪਿਤਰ ਤਾਂ ਆਤਮਾ ਹੈ ਨਾ, ਪਿਤਰ ਨੂੰ ਜਾਨੀ ਆਤਮਾ ਨੂੰ ਖਵਾਇਆ ਜਾਂਦਾ ਹੈ। ਕਹਿਣਗੇ ਅੱਜ ਸਾਡੇ ਦਾਦੇ ਦਾ ਪਿਤਰ ਹੈ, ਅੱਜ ਫਲਾਣੇ ਦਾ ਪਿਤਰ ਹੈ, ਤਾਂ ਆਤਮਾ ਨੂੰ ਬੁਲਾਇਆ ਜਾਂਦਾ ਹੈ, ਖਵਾਇਆ ਜਾਂਦਾ ਹੈ। ਸਮਝੋ ਕਿਸੇ ਨੂੰ ਇਸਤਰੀ ਨਾਲ ਪਿਆਰ ਹੈ, ਉਸ ਦੀ ਆਤਮਾ ਨੂੰ ਬੁਲਾਉਂਦੇ ਹੈ। ਕਹਿੰਦੇ ਹੈ ਅਸੀਂ ਹੀਰੇ ਦੀ ਫੁੱਲੀ ਪਹਿਨਾਉਣ ਦਾ ਵਾਅਦਾ ਕੀਤਾ ਸੀ। ਬ੍ਰਾਹਮਣ ਨੂੰ ਬੁਲਾ ਕੇ ਉਸਨੂੰ ਹੀਰੇ ਦੀ ਫੁੱਲੀ ਪਹਿਨਾਉਂਦੇ ਹੈ। ਬੁਲਾਇਆ ਤੇ ਆਤਮਾ ਨੂੰ ਹੈ ਨਾ, ਸਰੀਰ ਥੋੜੀ ਨਾ ਆਇਆ। ਇਹ ਰਸਮ ਭਾਰਤ ਵਿੱਚ ਹੀ ਹੈ। ਜਿਵੇਂ ਤੁਸੀਂ ਸੂਖਸ਼ਮ ਵਤਨ ਵਿੱਚ ਜਾਂਦੇ ਹੋ, ਕੋਈ ਮਰ ਗਿਆ ਤਾਂ ਉਹਨਾਂ ਨੂੰ ਭੋਗ ਲਗਾਉਂਦੇ ਹੋ। ਸੂਖਸ਼ਮ ਵਤਨ ਵਿੱਚ ਇਹ ਆਤਮਾ ਆਉਂਦੀ ਹੈ। ਇਹ ਹੈ ਬਿਲਕੁਲ ਨਵੀਆਂ ਗੱਲਾਂ। ਜਦੋਂ ਤੱਕ ਕੋਈ ਚੰਗੀ ਤਰ੍ਹਾਂ ਨਾ ਸਮਝਣ ਉਦੋਂ ਤੱਕ ਸ਼ੰਸ਼ਾ ਉੱਠਦਾ ਹੈ। ਇਹ ਕੀ ਕਰਦੇ ਹੈ? ਬ੍ਰਾਹਮਣਾਂ ਦੀ ਰਸਮ ਰਿਵਾਜ ਦੇਖੋ ਕਿਵੇਂ ਹੈ। ਇਸ ਸਮੇਂ ਸਭ ਮਨੁੱਖ ਮਾਤਰ ਤਮੋ ਪ੍ਰਧਾਨ ਹੈ। ਬਾਬਾ ਤੇ ਹੈ ਹੀ ਪਤਿਤ ਪਾਵਨ, ਉਹ ਕਦੀ ਤਮੋ ਪ੍ਰਧਾਨ ਨਹੀਂ ਹੁੰਦੇ। ਮਨੁੱਖ ਨੂੰ ਪਤਿਤ ਪਾਵਨ ਨਹੀਂ ਕਹਾਂਗੇ। ਇਹ ਪਤਿਤ ਪਾਵਨ ਮਾਨਾ ਸਾਰੀ ਦੁਨੀਆ ਨੂੰ ਪਤਿਤ ਤੋਂ ਪਾਵਨ ਬਣਾਉਣ ਵਾਲਾ। ਉਹ ਤਾਂ ਕਿਸੇ ਇੱਕ ਦੇ ਸਿਵਾਏ ਕੋਈ ਦੂਸਰਾ ਕੋਈ ਹੋ ਨਾ ਸਕੇ। ਧਰਮ ਸਥਾਪਕ ਤਾਂ ਆਉਂਦੇ ਹੈ ਆਪਣਾ ਧਰਮ ਸਥਾਪਨ ਕਰਨ। ਕ੍ਰਿਸਚਨ ਧਰਮ ਦਾ ਸਿਜਰਾ ਉੱਥੇ ਹੈ। ਪਹਿਲੇ ਕ੍ਰਾਈਸਟ ਆਇਆ, ਫਿਰ ਉਹਨਾਂ ਦੇ ਪਛਾੜੀ ਵੀ ਆਉਂਦੇ ਰਹਿਣਗੇ, ਬ੍ਰਿਧੀ ਨੂੰ ਪਾਉਂਦੇ ਰਹਿਣਗੇ। ਉਹ ਕੋਈ ਪਤਿਤ ਨੂੰ ਪਾਵਨ ਨਹੀਂ ਬਣਾਉਂਦੇ, ਨੰਬਰਵਾਰ ਉਹਨਾਂ ਦੀ ਸੰਖਿਆ ਆਉਂਦੀ ਹੈ। ਪਤਿਤ ਪਾਵਨ ਤਾਂ ਇਸ ਸਮੇਂ ਚਾਹੀਦਾ ਹੈ ਜਦੋਂ ਕਿ ਸਭ ਕਬਰ ਦਾਖਲ ਹੋ ਜਾਂਦੇ ਹੈ। ਸਭ ਨੂੰ ਪਾਵਨ ਬਣਾਉਣ ਵਾਲਾ ਇੱਕ ਹੀ ਹੈ। ਇਹ ਤਾਂ ਸਮਝਦੇ ਹੋ ਬਰੋਬਰ ਇਸ ਸਮੇਂ ਸਾਰੀ ਦੁਨੀਆ ਜੜੀ ਭੂਤ ਹੈ। ਬਨੈਨ ਟਰੀ ਦਾ ਮਿਸਾਲ ਦਿੰਦੇ ਹੈ। ਬਹੁਤ ਵੱਡਾ ਝਾੜ ਹੁੰਦਾ ਹੈ, ਉਹਨਾਂ ਦੇ ਥੱਲੇ ਬਹੁਤ ਪਾਰਟੀਆਂ ਜਾ ਕੇ ਬੈਠਦੀਆਂ ਹੈ। ਉਸ ਦਾ ਫਾਊਂਡੇਸ਼ਨ ਸੜਿਆ ਹੋਇਆ ਹੈ, ਬਾਕੀ ਸਭ ਟਾਲੀਆਂ ਖੜੀਆਂ ਹੈ। ਇਹ ਵੀ ਝਾੜ ਹੈ। ਦੇਵੀ ਦੇਵਤਾ ਧਰਮ ਦਾ ਤਾਂ ਝਾੜ ਹੈ, ਉਸ ਦਾ ਫਾਊਂਡੇਸ਼ਨ ਉਲਟਾ ਉੱਪਰ ਹੈ। ਜੜ ਇੱਕਦਮ ਘਟ ਗਈ ਹੈ, ਬਾਕੀ ਸਭ ਹੈ। ਬੀਜ ਹੋਵੇ ਤਾਂ ਹੀ ਫਿਰ ਤੋਂ ਸਥਾਪਨ ਕਰਨ। ਬਾਪ ਕਹਿੰਦੇ ਹੈ ਮੈਂ ਫਿਰ ਤੋਂ ਆ ਕੇ ਸਥਾਪਨ ਕਰਵਾਉਂਦਾ ਹਾਂ। ਬ੍ਰਹਮਾ ਦੁਆਰਾ ਸਥਾਪਨਾ, ਸ਼ੰਕਰ ਦੁਆਰਾ ਵਿਨਾਸ਼। ਬਰੋਬਰ ਅਨੇਕ ਧਰਮਾਂ ਦਾ ਵਿਨਾਸ਼ ਹੋਇਆ ਸੀ ਇਸ ਮਹਾਭਾਰਤ ਲੜਾਈ ਵਿੱਚ। ਜੋ ਰਾਜਯੋਗ ਸਿਖਾਉਂਦੇ ਹੈ ਉਹਨਾਂ ਦੀ ਫਿਰ ਰਾਜਧਾਨੀ ਸਥਾਪਨ ਹੋ ਗਈ। ਤੁਸੀਂ ਜਾਣਦੇ ਹੋ। ਹੁਣ ਅਸੀਂ ਬਾਬਾ ਦੇ ਕੋਲ ਜਾਵਾਂਗੇ, ਫਿਰ ਨਈ ਦੁਨੀਆ ਵਿੱਚ ਆਵਾਂਗੇ, ਫਿਰ ਝਾੜ ਬ੍ਰਿਧੀ ਨੂੰ ਪਾਉਂਦਾ ਰਹੇਗਾ। ਦੇਵੀ ਦੇਵਤਾ ਧਰਮ ਜੋ ਸੀ ਉਹ ਇਸ ਸਮੇਂ ਪ੍ਰਾਇਆ ਲੋਪ ਹੈ। ਤਾਂ ਬਾਪ ਕਹਿੰਦੇ ਹੈ ਮੈਂ ਫਿਰ ਤੋਂ ਆ ਕੇ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰਦਾ ਹਾਂ। ਭਾਰਤ ਜੋ ਊਂਚ ਤੇ ਊਂਚ ਸੀ, ਉਹਨਾਂ ਨੂੰ ਹੁਣ ਗ੍ਰਹਿਣ ਲੱਗਿਆ ਹੋਇਆ ਹੈ। ਕਾਮਚਿਤਾ ਤੇ ਬੈਠਣ ਨਾਲ ਸਾਰੀ ਦੁਨੀਆ ਕਾਲੀ ਹੋ ਗਈ ਹੈ। ਹੁਣ ਫਿਰ ਤੁਸੀਂ ਫਿਰ ਗਿਆਨ ਚਿਤਾ ਤੇ ਬੈਠ ਗੋਰੇ ਬੰਦੇ ਹੋ। ਤੁਸੀਂ ਜੋ ਸ਼ਾਮ ਬਣੇ ਸੀ, ਸ਼ਾਮ ਤੋਂ ਗੋਰਾ ਸੁੰਦਰ ਬਣਾਉਣ ਵਾਲਾ ਹੈ ਪਰਮ ਪਿਤਾ ਪਰਮਾਤਮਾ। ਉਹਨਾਂ ਦੀ ਸ਼੍ਰੀਮਤ ਮਿਲਦੀ ਹੈ। ਪਰਮ ਪਿਤਾ ਪਰਮਾਤਮਾ ਦੀ ਆਤਮਾ ਤਾਂ ਐਵਰ ਪਿਓਰ ਗੋਰੀ ਹੈ। ਆਤਮਾ ਵਿੱਚ ਹੀ ਖਾਦ ਪੈਂਦੀ ਹੈ। ਸੋਨੇ ਦਾ ਮਿਸਾਲ ਹੁਣ ਤੁਸੀਂ ਜਾਣਦੇ ਹੋ। ਇਸ ਪੁਰਾਣੀ ਦੁਨੀਆ ਦਾ ਵਿਨਾਸ਼ ਹੋਣਾ ਹੈ, ਸਭ ਦਾ ਮੌਤ ਹੈ। ਫਿਰ ਤੁਹਾਨੂੰ ਕਹਿਣ ਵਾਲਾ ਕੋਈ ਨਹੀਂ ਰਹੇਗਾ ਕਿ ਰਾਮ ਰਾਮ ਕਹੋ। ਇਹ ਮੌਤ ਅਜਿਹਾ ਹੁੰਦਾ ਹੈ ਜੋ ਸਭ ਮਰਨਗੇ। ਹੁਣ ਕਿੰਨੇ ਮਰਨਗੇ, ਕਿੰਨੀ ਖਾਦ ਮਿਲੇਗੀ, ਤਾਂ ਕਿਉਂ ਨਹੀਂ ਧਰਤੀ ਫਸਟ ਕਲਾਸ ਅਨਾਜ ਦੇਵੇਗੀ। ਸਤਯੁਗ ਵਿੱਚ ਸਭ ਹਰੇ ਭਰੇ ਸਬਜ਼ ਹੋ ਜਾਣਗੇ। ਸੜੀ ਹੋਈ ਚੀਜ਼ਾਂ ਨੂੰ ਖਾਦ ਕਿਹਾ ਜਾਂਦਾ ਹੈ। ਕਿਚੜਾ ਸੜ ਕੇ ਖਾਦ ਬਣ ਜਾਂਦਾ ਹੈ। ਖਾਦ ਬਣਨ ਵਿੱਚ ਵੀ ਟਾਈਮ ਲੱਗਦਾ ਹੈ। ਇਸ ਸ੍ਰਿਸ਼ਟੀ ਨੂੰ ਵੀ ਨਵਾਂ ਬਣਨ ਵਿੱਚ ਟਾਈਮ ਲੱਗੇਗਾ। ਤੁਸੀਂ ਸੂਖਸ਼ਮ ਵਤਨ ਵਿੱਚ ਜਾਂਦੇ ਹੋ, ਕਿੰਨੇ ਵੱਡੇ ਵੱਡੇ ਫਲ ਤੁਹਾਨੂੰ ਦਿਖਾਉਂਦੇ ਹੈ। ਸੁਰਵੀ ਰਸ ਪਿਲਾਉਂਦੇ ਹੈ,
ਛੁਵੀ ਰਸ ਪਿਲਾਉਂਦੇ ਹੈ। ਤੁਸੀਂ ਵਿਚਾਰ ਕਰੋ ਕਿੰਨੀ ਖਾਦ ਮਿਲੇਗੀ, ਉਹ ਵੀ ਖਾਸ ਭਾਰਤ ਨੂੰ। ਉੱਥੇ ਕਿੰਨੀਆਂ ਵਧੀਆ ਚੀਜ਼ਾਂ ਨਿਕਲਣਗੀਆਂ। ਸੂਖਸ਼ਮ ਵਤਨ ਵਿੱਚ ਬੇਕੁੰਡ ਦਾ ਛੁਵੀ ਰਸ ਤੁਹਾਨੂੰ ਪਿਲਾਉਂਦੇ ਹੈ। ਬਗੀਚੇ ਆਦਿ ਦਾ ਸਾਖਸ਼ਾਤਕਾਰ ਕਰਵਾਉਂਦੇ ਹੈ। ਉੱਥੇ ਸਾਡਾ ਬਗੀਚਾ ਹੋਵੇਗਾ। ਬੱਚਿਆਂ ਨੇ ਸਾਖਸ਼ਾਤਕਾਰ ਕੀਤਾ ਹੈ। ਛੁਵੀ ਰਸ ਪੀ ਕੇ ਆਉਂਦੇ ਹੈ। ਪ੍ਰਿੰਸਿਸ ਤੋਂ ਫਲ ਲੈ ਆਉਂਦੇ ਹੈ। ਹੁਣ ਸੂਖਸ਼ਮ ਵਤਨ ਵਿੱਚ ਤਾਂ ਬਗੀਚਾ ਹੋ ਨਾ ਸਕੇ, ਜ਼ਰੂਰ ਬੇਕੁੰਡ ਵਿੱਚ ਗਏ ਹੋਣਗੇ। ਇੱਕ ਨੂੰ ਸਾਖਸ਼ਾਤਕਾਰ ਨਹੀਂ ਕਰਾਉਣਗੇ, ਜੋ ਨਮਿਤ ਬੰਦੇ ਹੈ ਉਹਨਾਂ ਨੂੰ ਕਰਵਾਉਂਦੇ ਹੈ। ਹੋ ਸਕਦਾ ਹੈ ਜੇਕਰ ਤੁਸੀਂ ਯਾਦ ਵਿੱਚ ਰਹੋਗੇ, ਬਾਬਾ ਦੇ ਬੱਚੇ ਹੋ ਕੇ ਰਹੋਗੇ, ਤਾਂ ਪਛਾੜੀ ਵਿੱਚ ਤੁਹਾਨੂੰ ਬਹੁਤ ਸਾਖਸ਼ਾਤਕਾਰ ਹੋਣਗੇ ਜੋ ਪੂਰੇ ਸਰੈਂਡਰ ਹੋਣਗੇ। ਇਹ ਤਾਂ ਪਹਿਲੇ ਭੱਠੀ ਬਣਨੀ ਸੀ, ਭੱਠੀ ਵਿੱਚ ਪਕਣਾ ਸੀ, ਇਹ ਤਾਂ ਬਹੁਤ ਆ ਗਏ। ਬੱਚਿਆਂ ਨੂੰ ਸਮਝਾਇਆ ਹੈ। ਸਿਰਫ ਕਿਸੇ ਨੂੰ ਲਿਟਰੇਚਰ ਦੇਣ ਨਾਲ ਸਮਝ ਨਹੀਂ ਸਕਣਗੇ, ਸਮਝਾਉਣ ਵਾਲਾ ਟੀਚਰ ਜ਼ਰੂਰ ਚਾਹੀਦਾ ਹੈ। ਟੀਚਰ ਸੈਕਿੰਡ ਵਿੱਚ ਸਮਝਾਏਗਾ। ਇਹ ਤੁਹਾਡਾ ਬਾਬਾ ਹੈ, ਉਹ ਦਾਦਾ ਹੈ। ਇਹ ਬੇਹੱਦ ਦਾ ਬਾਪ, ਸਵਰਗ ਦਾ ਰਚయిਤਾ ਹੈ। ਸਿਰਫ ਕਿਸੇ ਨੂੰ ਲਿਟਰੇਚਰ ਦਿੱਤਾ ਤਾਂ ਦੇਖੇਂਗੇ, ਸੁੱਟ ਦੇਣਗੇ, ਕੁਝ ਵੀ ਸਮਝਣਗੇ ਨਹੀਂ। ਇੰਨਾ ਜ਼ਰੂਰ ਸਮਝਾਉਣਾ ਹੈ ਕਿ ਬਾਪ ਆਇਆ ਹੋਇਆ ਹੈ, ਇਹ ਢਿੰਡੋਰਾ ਪਿਟਵਾਉਣਾ ਤੁਹਾਡਾ ਫਰਜ਼ ਹੈ। ਬਾਬਾ ਆਖਦੇ ਨੇ, ਬਰੋਬਰ ਜਾਦਵ ਕੌਰਵ ਪਾਂਡਵ ਵੀ ਹੈ, ਮਹਾਭਾਰਤ ਲੜਾਈ ਵੀ ਸਾਹਮਣੇ ਖੜੀ ਹੈ। ਜ਼ਰੂਰ ਰਾਜਯੋਗ ਸਿਖਾਉਣ ਵਾਲਾ ਵੀ ਹੋਵੇਗਾ, ਜ਼ਰੂਰ ਸਵਰਗ ਦੀ ਸਥਾਪਨਾ ਵੀ ਹੋਵੇਗੀ। ਇੱਕ ਧਰਮ ਦੀ ਸਥਾਪਨਾ, ਅਨੇਕ ਧਰਮਾਂ ਦਾ ਵਿਨਾਸ਼ ਹੋਵੇਗਾ। ਤੁਸੀਂ ਜਾਣਦੇ ਹੋ, ਅਸੀਂ ਹੀ ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ ਬਣਦੇ ਹਾਂ। ਇਹ ਹੈ ਏਮ ਆਬਜੈਕਟ। ਮਨੁੱਖ ਤੋਂ ਦੇਵਤਾ ਕਿਤੇ ਕਰਤ ਨਾ ਲਾਗੀ ਬਾਰ। ਦੇਵਤਾ ਸਿਰਫ ਸੂਰਜਵੰਸ਼ੀ ਨੂੰ ਕਿਹਾ ਜਾਂਦਾ ਹੈ, ਚੰਦਰਵੰਸ਼ੀ ਨੂੰ ਛਤਰੀ ਕਿਹਾ ਜਾਂਦਾ ਹੈ। ਪਹਿਲੇ ਤਾਂ ਦੇਵਤਾ ਬਣਨਾ ਚਾਹੀਦਾ ਹੈ ਨਾ ਪਾਸ ਹੋਣਾ ਛਤਰੀਆ ਬਣ ਜਾਂਦੇ ਹੈ। ਤਾਂ ਬਾਪ ਕਹਿੰਦੇ ਹੈ, ਮਿੱਠੇ ਮਿੱਠੇ ਸਿਕਿਲ ਦੇ ਬੱਚੇ, ਕਿੰਨੇ ਢੇਰ ਸਿਕਿਲ ਦੇ ਬੱਚੇ ਹੈ। ਕਿਸੇ ਦਾ ਬੱਚਾ ਗੁੰਮ ਹੋ ਜਾਂਦਾ ਹੈ, 6-8 ਮਹੀਨੇ ਬਾਅਦ ਆ ਕੇ ਮਿਲਦਾ ਹੈ, ਤਾਂ ਕਿੰਨਾ ਪਿਆਰ ਨਾਲ ਆ ਕੇ ਮਿਲੇਗਾ। ਬਾਪ ਨੂੰ ਕਿੰਨੀ ਖੁਸ਼ੀ ਹੋਵੇਗੀ। ਇਹ ਵੀ ਬਾਪ ਕਹਿੰਦੇ ਹੈ, ਲਾਡਲੇ ਸਿਕਿਲ ਦੇ ਬੱਚੇ, ਤੁਸੀਂ 5000 ਬਾਅਦ ਆ ਕੇ ਮਿਲੇ ਹੋ। ਲਾਡਲੇ ਬੱਚੇ, ਤੁਸੀਂ ਵਿਛੜ ਗਏ ਸੀ, ਹੁਣ ਫਿਰ ਆ ਕੇ ਮਿਲੇ ਹੋ। ਬੇਹੱਦ ਦਾ ਵਰਸਾ ਲੈਣ ਲਈ ਡੀਟੀ ਵਰਲਡ ਸਵੰਟਰੀ ਇਜ਼ ਯੋਰ ਗॉड ਫਾਦਰਲੀ ਬਰਥ ਰਾਈਟ। ਬਾਬਾ ਨੂੰ ਤੁਹਾਨੂੰ ਬੇਹੱਦ ਦੀ ਬਾਦਸ਼ਾਹੀ ਦੇਣ ਆਇਆ ਹੈ। ਇਹ ਹੈ ਹੈਵਨਲੀ ਗॉड ਫਾਦਰ। ਕਹਿੰਦੇ ਹੈ, ਬੱਚਿਆਂ ਦੇ ਲਈ ਕਿੰਨੀ ਵੱਡੀ ਸੌਗਾਤ ਲਿਆਏ ਹੈ, ਪਰ ਇੰਨਾ ਲਾਇਕ ਬਣਨਾ ਹੈ, ਸ਼੍ਰੀਮਤ 'ਤੇ ਚੱਲਣਾ ਹੈ। ਬਾਬਾ ਮੰਮਾ ਕਹਿ ਕੇ ਭੁੱਲ ਗਏ ਜਾਂ ਫਾਰਗਤੀ ਦੇ ਦਿੱਤੀ ਤਾਂ ਗਲੇ ਦਾ ਹਾਰ ਨਹੀਂ ਬਣਨਗੇ। ਬੱਚਿਆਂ ਨੂੰ ਕਿੰਨਾ ਪਿਆਰ ਕੀਤਾ ਜਾਂਦਾ ਹੈ। ਬਾਪ ਬੱਚਿਆਂ ਨੂੰ ਸਿਰ 'ਤੇ ਰੱਖਦੇ ਹੈ। ਬੇਹੱਦ ਦੇ ਬਾਪ 'ਤੇ ਕਿੰਨੇ ਬੱਚੇ ਹੈ, ਬਾਬਾ ਕਿੰਨੇ ਬੱਚੇ ਹੋਏ ਹੈ, ਉਹਨਾਂ ਨੂੰ ਉੱਪਰ ਚੜਾਉਂਦੇ ਹੈ। ਪੈਰਾਂ ਵਿੱਚ ਜੋ ਡਿੱਗ ਕੇ ਤਾਂ ਕਿੰਨੀ ਖੁਸ਼ੀ ਵਿੱਚ ਰਹਿਣਾ ਹੈ ਅਤੇ ਸ਼੍ਰੀਮਤ 'ਤੇ ਚੱਲਣਾ ਚਾਹੀਦਾ ਹੈ। ਇੱਕ ਦੀ ਮੱਤ 'ਤੇ ਚੱਲਣਾ ਹੈ। ਆਪਣੀ ਮੱਤ 'ਤੇ ਚੱਲਿਆ ਤਾਂ ਇਹ ਮਰਿਆ। ਸ਼੍ਰੀਮਤ 'ਤੇ ਚੱਲਣਗੇ ਤਾਂ ਤੁਸੀਂ ਸ੍ਰੇਸ਼ਟ ਮਨੁੱਖ ਤੋਂ ਦੇਵਤਾ ਬਣੋਗੇ। ਛਤਰੀਆ ਤਾਂ ਫਿਰ ਵੀ 2 ਕਲਾ ਘੱਟ ਹੋ ਗਏ। ਇੱਥੇ ਹੈ ਹੀ ਮਨੁੱਖ ਤੋਂ ਦੇਵਤਾ ਬਣਨ ਦਾ, ਛਤਰੀਆ ਨਹੀਂ। ਬਾਪ ਪੁੱਛਦੇ ਹੈ ਨਾ ਕਿ ਕਿੰਨੇ ਨੰਬਰ ਵਿੱਚ ਪਾਸ ਹੋਣਗੇ। ਆਬਰੂ ਮਨਾ ਇੱਜ਼ਤ ਰੱਖਣਾ। ਬੇਹੱਦ ਦਾ ਬਾਪ ਵੀ ਕਹਿੰਦੇ ਹੈ, ਸੂਰਜਵੰਸ਼ੀ ਬਣੋ। ਜਾਂਦੇ ਹੋ, ਵਿਜੇ ਮਾਲਾ 108 ਦੀ ਹੀ ਪਾਸ ਹੋਈ ਹੈ, ਫਾਲੋ ਕਰਨਾ ਹੈ। ਮੰਮਾ ਬਾਬਾ ਨੂੰ ਆਪ ਸਮਾਨ ਸਬਦਰਸ਼ਨ ਚੱਕਰਧਾਰੀ ਬਣਾਏ, ਸਬਦਰਸ਼ਨ ਚੱਕਰਧਾਰੀ ਬਣ ਕੇ ਸ਼ਿਵ ਬਾਬਾ ਦੇ ਅੱਗੇ ਸੌਗਾਤ ਲੈ ਆਉਂਦੇ ਹੈ। ਬਾਬਾ ਪੁੱਛਦੇ ਹੈ, ਕਿੰਨਿਆਂ ਨੂੰ ਤੁਸੀਂ ਆਪ ਸਮਾਨ ਬਣਾਇਆ ਹੈ। ਕਿੰਨੇ ਮਜ਼ੇ ਦੀ ਗੱਲਾਂ ਹੈ, ਤੁਸੀਂ ਵੀ ਸਮਝ ਸਕਦੇ ਹੋ, ਨਵਾਂ ਕੋਈ ਬਿਲਕੁਲ ਨਹੀਂ ਸਮਝੇਗਾ। ਇਹ ਮਨੁੱਖ ਤੋਂ ਦੇਵਤਾ ਬਣਨ ਦਾ ਕਾਲਜ ਹੈ। ਕਿਸੇ ਨੂੰ 7 ਰੋਜ਼ ਵਿੱਚ ਹੀ ਬਹੁਤ ਰੰਗ ਚੜ ਜਾਂਦਾ ਹੈ, ਕਿਸੇ ਨੂੰ ਤਾਂ ਬਿਲਕੁਲ ਨਹੀਂ ਚੜਦਾ। ਛੀ ਕੱਪੜੇ 'ਤੇ ਬੜਾ ਮੁਸ਼ਕਿਲ ਨਾਲ ਰੰਗ ਚੜਦਾ ਹੈ, ਬਹੁਤ ਮਿਹਨਤ ਕਰਨੀ ਪੈਂਦੀ ਹੈ। ਪਹਿਲੀ ਗੱਲ ਬੱਚਿਆਂ ਨੂੰ ਸਮਝਾਈ ਹੈ ਕਿ ਪਹਿਲੇ ਸਭ ਨੂੰ ਬੋਲੋ। ਬੇਹੱਦ ਦੇ ਬਾਪ ਨੂੰ ਤੁਸੀਂ ਜਾਣਦੇ ਹੋ, ਕਹਿੰਦੇ ਹੋ ਮੇਰਾ, ਕਹਿੰਦੇ ਹਾਂ ਮੇਰੇ ਵਿੱਚ ਵੀ ਹੈ, ਸਰਵਿਆਪੀ ਹੈ। ਅਰੇ ਤੁਹਾਡੇ ਵਿੱਚ ਵੀ ਹੈ, ਫਿਰ ਪੁੱਛਣ ਦੀ ਗੱਲ ਹੀ ਨਹੀਂ।
ਕਹਿੰਦੇ ਹੋ ਬਾਪ ਹੈ, ਤਾਂ ਫਿਰ ਬਾਪ ਤੇਰੇ ਵਿੱਚ ਜਾਂ ਮੇਰੇ ਵਿੱਚ ਕਿਵੇਂ ਹੋ ਸਕਦਾ ਹੈ? ਬਾਪ ਹੈ ਤਾਂ ਬਾਪ ਕੋਲੋਂ ਵਰਸਾ ਵੀ ਜ਼ਰੂਰ ਮਿਲਣਾ ਚਾਹੀਦਾ ਹੈ। ਪਹਿਲੇ ਪਹਿਲੇ ਅਰਫ ਤੇ ਸਮਝਾਓ। ਬਾਪ ਕਹਿੰਦੀ ਹੈ, ਹੇ ਮੇਰੇ ਸਿਕਿਲਾ ਦੇ ਬੱਚੇ, ਇਵੇਂ ਕੋਈ ਸੰਨਿਆਸੀ ਅਤੇ ਗੁਰੂ ਗੁਸਾਈ ਕਹਿ ਨਾ ਸਕੇ। ਤੁਸੀਂ ਜਾਣਦੇ ਹੋ ਬਰੋਬਰ ਅਸੀਂ ਸ਼ਿਵ ਬਾਬਾ ਦੇ ਸਿਕਿਲਾ ਦੇ ਬੱਚੇ ਹਾਂ। 5000 ਵਰੇ ਬਾਅਦ ਫਿਰ ਆ ਕੇ ਮਿਲੇ ਹਾਂ ਸਵਰਗ ਦਾ ਵਰਸਾ ਲੈਣ ਲਈ। ਜਾਣਦੇ ਹੋ ਅਸੀਂ ਸਵਰਗ ਦੇ ਮਾਲਿਕ ਸੀ, ਫਿਰ ਅਸੀਂ ਹੀ ਮਾਲਿਕ ਬਣਦੇ ਹਾਂ। ਸਵਰਗ ਵਿੱਚ ਜਾਣਾ ਜ਼ਰੂਰ ਹੈ, ਫਿਰ ਪੁਰਸ਼ਾਰਥ ਅਨੁਸਾਰ ਉੱਚ ਪਦਵੀ ਪਾਉਣੀ ਹੈ। ਅੱਛਾ, ਮਿੱਠੇ ਮਿੱਠੇ ਸਿਕਿਲਾ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ। ਨੰਬਰ 1 ਪਰ ਮੰਮਾ ਬਾਬਾ ਨੂੰ ਫਾਲੋ ਕਰ ਸੂਰਜਵੰਸ਼ੀ ਵਿੱਚ ਆਉਣਾ ਹੈ, ਆਪਣੀ ਮੱਤ ਤੇ ਨਹੀਂ ਚੱਲਣਾ ਹੈ, ਸ਼੍ਰੀਮਤ ਤੇ ਉੱਚ ਪਦਵੀ ਪਾਉਣੀ ਹੈ। ਨੰਬਰ 2 ਅਸੀਂ ਬਾਬਾ ਦੇ ਹੋ ਕੇ ਰਹਾਂਗੇ, ਇਸ ਨਿਸ਼ਚੈ ਵਿੱਚ ਰਹਿਣਾ ਹੈ, ਕਦੀ ਕਿਸੇ ਗੱਲ ਵਿੱਚ ਸੰਸ਼ਾ ਨਹੀਂ ਉਠਾਉਣਾ ਹੈ। ਵਰਦਾਨ ਹੈ ਅੱਜ ਦਾ। ਬਾਪ ਦੇ ਹਰ ਡਾਇਰੈਕਸ਼ਨ ਅਤੇ ਕਾਇਦੇ ਤੋਂ ਫਾਇਦਾ ਲੈਣ ਵਾਲੇ ਮਰਿਆਦਾ ਪੁਰਸ਼ੋਤਮ ਭਵ। ਬਾਪ ਦੇ ਹਰ ਡਾਇਰੈਕਸ਼ਨ ਅਤੇ ਕਾਇਦੇ ਤੋਂ ਫਾਇਦਾ ਲੈਣ ਵਾਲੇ ਮਰਿਆਦਾ ਪੁਰਸ਼ੋਤਮ ਭਵ। ਅੱਜ ਬਾਬਾ ਆਖਦੇ ਨੇ, ਕਿਹਾ ਜਾਂਦਾ ਹੈ ਜਿੰਨਾ ਕਾਇਦਾ ਉਨਾ ਫਾਇਦਾ। ਇਸ ਲਈ ਅੰਮ੍ਰਿਤ ਵੇਲੇ ਤੋਂ ਜੋ ਵੀ ਕਾਇਦੇ ਬਣੇ ਹੈ ਉਹਨਾਂ ਤੋਂ ਕਦੀ ਕਿਨਾਰਾ ਨਹੀਂ ਕਰੋ। ਪੜ੍ਹਾਈ ਅੰਮ੍ਰਿਤ ਵੇਲਾ ਸੇਵਾ ਜੋ ਵੀ ਦਿਨਚਰਿਆ ਬਣੀ ਹੋਈ ਹੈ ਉਸ ਵਿੱਚ ਮਨ ਨਹੀਂ ਲੱਗੇ ਤਾਂ ਵੀ ਦਿਨਚਰਿਆ ਵਿੱਚ ਕੁਝ ਮਿਸ ਨਹੀਂ ਕਰੋ। ਜਿਵੇਂ ਭਗਤ ਲੋਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਦੇ ਹੈ, ਮੰਦਿਰ ਵਿੱਚ ਮਨ ਨਹੀਂ ਵੀ ਲੱਗੇ ਤਾਂ ਵੀ ਜਾਣਗੇ ਜ਼ਰੂਰ। ਤੁਸੀਂ ਤਾਂ ਖੁਦ ਲਾਅ ਮੇਕਰ ਹੋ। ਇਸ ਅਨੁਭਵ ਨਾਲ ਹਰ ਨਿਯਮ ਦਾ ਪਾਲਨ ਕਰਦੇ ਚਲੋ ਤਾਂ ਮਰਿਆਦਾ ਪੁਰਸ਼ੋਤਮ ਬਣ ਜਾਓਗੇ। ਸਲੋਗਨ ਅੱਜ ਦਾ। ਜਿਨ੍ਹਾਂ ਦੇ ਕੋਲ ਸੰਤੁਸ਼ਟਤਾ ਦਾ ਵਿਸ਼ੇਸ਼ ਗੁਣ ਹੈ ਉਹਨਾਂ ਦੇ ਕੋਲ ਸਰਵ ਗੁਣ ਖੁਦ ਆਉਂਦੇ ਜਾਣਗੇ। ਜਿਨ੍ਹਾਂ ਦੇ ਕੋਲ ਸੰਤੁਸ਼ਟਤਾ ਦਾ ਵਿਸ਼ੇਸ਼ ਗੁਣ ਹੈ ਉਹਨਾਂ ਦੇ ਕੋਲ ਸਰਵ ਗੁਣ ਖੁਦ ਆਉਂਦੇ ਜਾਣਗੇ। ਚੰਗਾ, ਓਮ ਸ਼ਾਂਤੀ।